इन्हां ख्यालां नूं एक वारी फिर दोहरा दियां सो भगत जी ने कोई क्याफा नहीं लाया, सगों हिंदू जनता दे दिलां विच समाए होए ख्यालां नूं ही उन्हां दे सामने रख के उन्हां नूं ही सही जीवन दा रस्ता दस रहे हन। भाव वर्तमान जीवन नूं सुचੱਜਾ बनाउण दी जाच दस रहे हन। गुरबाणी ने पुराने प्रचलित मुहावरे ਜਾਂ पुरानी शब्दावली जरूर वरती है, पर इसका अर्थ ये नहीं कि गुरबाणी उन्हां मिथां नूं कोई मानता दे रही है। ਅਸੀਂ गुरबाणी विच आए मुहावरियां, अलंकारां, उदाहरणां ते पुराणिक वरती शब्दावली नूं ही पकड़ के बैठ गए हां, पर न्यारे खालसे ਜਾਂ सचियार दे तत्त नूं नहीं समझ सके। इस दा नतीजा ये होया है कि गुरबाणी दी लोड़ होण दे बावजूद भी साडे रीति रिवाज सारे ही ब्राह्मणी कर्मकांड दे आधारित हन, विपर दे साए थले हो रहे हन। ਅਸੀਂ ਉਸੇ ਸੰਦਰਭ ਵਿੱਚ ਹੀ ਸੋਚ ਰਹੇ ਹਾਂ ਤੇ ਨਾਲ ਹੀ ਕਹਿ ਰਹੇ ਹਾਂ ਜੀ ਅਸੀਂ ਤੇ ਨਿਆਰੇ ਖਾਲਸਾ ਹਾਂ, ਪਰ ਕਰਮਕਾਂਡ ਸਾਡੇ ਗਰੜ ਪੁਰਾਣ ਵਾਲੇ ਜਾਂ ਸਾਰੇ ਹੀ ਵਿਪਰ ਦੀ ਵਿਚਾਰਧਾਰਾ ਵਾਲੇ ਸਾਡਿਆਂ ਘਰਾਂ ਵਿੱਚ ਹੋ ਰਹੇ ਹਨ। ਦੂਸਰੇ ਪਦ ਦੀ ਵਿਚਾਰ ਵਿੱਚ ਵੀ ਭਗਤ ਤ੍ਰਿਲੋਚਨ ਜੀ ਕਹਿ ਰਹੇ ਹਨ, ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬੇਸਵਾ ਜੋਨ ਵਾਲ ਵਾਲਿਆ ਉਤਰੇ। ਅਖਰੀ ਅਰਥਾਂ ਇਹੀ ਬਣਨਗੇ ਕਿ ਮਰਨ ਸੇਜਾ ਤੇ ਪਿਆ ਜੋ ਇਸਤਰੀ ਦੀ ਚਾਹਨਾ ਰੱਖਦਾ ਹੈ ਉਸ ਨੂੰ ਵੇਸਵਾ ਦਾ ਜੀਵਨ ਮਿਲ ਜਾਂਦਾ ਹੈ। ਜੇ ਇਹਨਾਂ ਤੁਕਾਂ ਨੂੰ ਵਰਤਮਾਨ ਜੀਵਨ ਤੇ ਟੁਕਾ ਕੇ ਦੇਖੀਏ ਤਾਂ ਏਡਜ਼ ਵਰਗੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਤੁਕ ਵਿੱਚ ਗ੍ਰਸਤੀ ਜੀਵਨ ਦੀ ਮਹਾਨਤਾ ਦੀ ਸਿਖਰ ਤੇ ਪਹੁੰਚਣ ਦੀ ਤਾਕੀਦ ਹੈ। ਆਪਣੇ ਘਰ ਤੋਂ ਬਾਹਰ ਝੱਖਾਂ ਮਾਰਨ ਵਾਲੇ ਨੂੰ ਸੁਚੇਤ ਕੀਤਾ ਹੈ। ਸਾਂਝੀ ਕਾਮਨ ਸ਼ਬਦਾਵਲੀ ਵਿੱਚ ਅਸੀਂ ਇਸ ਦਾ ਅਰਥ ਕਰਾਂਗੇ ਤਾਂ ਇਹ ਉਪਦੇਸ਼ ਭੈਣਾਂ ਤੇ ਵੀਰਾਂ ਲਈ ਸਾਂਝਾ ਹੈ। ਸਮਾਜਿਕ ਤੇ ਪਰਿਵਾਰਕ ਜ਼ਿੰਮੇਵਾਰੀ ਦੇ ਫਰਜ਼ਾਂ ਦੀ ਪਹਿਚਾਣ ਕਰਾਉਂਦਾ ਹੋਇਆ ਇਹ ਵਾਕ ਤੁਰ ਅੰਦਰੋਂ ਸੋਚਣ ਲਈ ਮਜਬੂਰ ਕਰਦਾ ਹੈ। ਅਸੀਂ ਚੱਲ ਰਹੇ ਜੀਵਨ ਵਿੱਚ ਬਦਲਾਅ ਲਿਆਉਣ ਲਈ ਤਿਆਰ ਨਹੀਂ ਹਾਂ, ਇਸ ਲਈ ਮਰਨ ਤੋਂ ਉਪਰੰਤ ਵਾਲੀ ਆਪਣੇ ਲਈ ਜੂਨ ਫਿੱਟ ਕਰਨੀ ਬਹੁਤ ਸੌਖੀ ਹੈ, ਕਿਉਂਕਿ ਉਹ ਕਿਹੜੀ ਕਿਸੇ ਨੇ ਦੇਖੀ ਹੋਈ ਹੈ। ਮੈਂ ਫਿਰ ਬੇਨਤੀ ਕਰਾਂ, ਅਸੀਂ ਚੱਲ ਰਹੇ ਜੀਵਨ ਦੇ ਵਿੱਚ ਬਦਲਾਅ ਲਿਆਉਣ ਲਈ ਤਿਆਰ ਨਹੀਂ ਹਾਂ, ਇਸ ਲਈ ਮਰਨ ਉਪਰੰਤ ਵਾਲੀ ਆਪਣੇ ਲਈ ਜਿਹੜੀ ਵਧੀਆ ਜੂਨ ਹੈ ਉਹ ਫਿੱਟ ਕਰਨ ਦਾ ਅਸੀਂ ਸੋਚ ਰਹੇ ਹਾਂ ਕਿ ਉਹ ਫਿੱਟ ਹੋ ਜਾਵੇ, ਉਸ ਜੂਨ ਵਿੱਚ ਚਲੇ ਜਾਈਏ ਜਿਹੜੀ ਵਧੀਆ ਜੂਨ ਹੈ। ਧਾਰਮਿਕ ਰੀਤੀ ਰਿਵਾਜ ਇਸੇ ਵਾਸਤੇ ਨਿਭਾ ਰਹੇ ਹਾਂ ਕਿ ਮਰਨ ਤੋਂ ਬਾਅਦ ਸਾਨੂੰ ਕੋਈ ਚੰਗੀ ਜੂਨ ਮਿਲ ਜਾਏ। ਜਿਵੇਂ ਕਿ ਅਸਾਂ ਦੇਖਿਆ ਹੈ, ਪਰਮਾਤਮਾ ਦਾ ਨਾਮ ਭਾਵ ਸ਼ੁਭ ਗੁਣ ਵਿਸਰਨ ਨਾਲ ਆਤਮਿਕ ਮੌਤ ਹੈ। ਰੱਬੀ ਗੁਣਾਂ ਦੀ ਘਾਟ ਕਰਕੇ ਬਾਹਰੋਂ ਧਰਮੀ ਦਿਸਦਾ ਹੋਇਆ ਵੀ ਜੀਵ ਅੰਦਰੋਂ ਕਾਂ ਵਾਸ਼ਨਾ ਨਾਲ ਭਰਿਆ ਪਿਆ ਹੈ। ਅਖੌਤੀ ਸਾਧਾਂ ਸੰਤਾਂ ਜਾਂ ਰਾਜਨੀਤਿਕ ਲੀਡਰਾਂ ਤੇ ਸਮਾਜ ਵਿੱਚ ਰਹਿੰਦੇ ਸਫੈਦ ਪੋਸ਼ ਲੋਕਾਂ ਦੇ ਕਾਮਕ ਬਿਰਤੀ ਦੇ ਚਰਚੇ ਜਦੋਂ ਜਗ ਜ਼ਾਹਰ ਹੁੰਦੇ ਹਨ ਤਾਂ ਸਧਾਰਨ ਤੋਂ ਸਧਾਰਨ ਆਦਮੀ ਵੀ ਦੰਦਾਂ ਹੇਠ ਉਂਗਲਾਂ ਦਿੰਦਾ ਹੈ। ਕੋਈ ਸਿੱਖਿਆ ਦਾਤਾ ਜਦੋਂ ਆਪਣੀ ਧੀਆਂ ਵਰਗੀ ਵਿਦਿਆਰਥਣ ਨਾਲ ਕਲੰਕਤ ਤੇ ਘਿਰਣਿਤ ਕੁਕਰਮ ਕਰਦਾ ਹੈ ਤਾਂ ਲੋਕ ਫੱਟ ਕਹਿ ਦਿੰਦੇ ਹਨ, ਇਹਦੀ ਆਤਮਾ ਹੀ ਮਰ ਗਈ ਹੈ, ਇਹ ਤਾਂ ਵਹਿਸ਼ੀ ਦਰਿੰਦਾ ਹੈ, ਇਹ ਤਾਂ ਗਿਰਿਆ ਹੋਇਆ ਮਨੁੱਖ ਹੈ। ਸਮਾਜ ਜਾਂ ਭਾਈਚਾਰੇ ਵਿੱਚ ਵਾਪਰ ਰਹੀਆਂ ਕਾਮਕ ਘਟਨਾਵਾਂ ਮਰੀਆਂ ਹੋਈਆਂ ਆਤਮਾਵਾਂ ਦਾ ਹੀ ਕੰਮ ਹੈ। ਇੱਕ ਤਾਂ ਵਾਪਰ ਰਹੀਆਂ ਘਟਨਾਵਾਂ ਹਨ, ਦੂਜਾ ਜਦੋਂ ਮਨ ਵਿੱਚ ਮਲੀਨ ਸੋਚ ਨੇ ਜਨਮ ਲੈ ਲਿਆ ਤਾਂ ਵੀ ਵੇਸਵਾ ਦੇ ਤਲ ਤੇ ਜਿਉ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਤਾਂ ਇੱਥੋਂ ਤੱਕ ਕਹਿ ਰਹੇ ਹਨ ਕਿ ਐ ਇਨਸਾਨ, ਸੱਚ ਤਾਂ ਇਹ ਹੈ ਜੇ ਕਿਸੇ ਦੇ ਘਰ ਵਿੱਚ ਬੈਠਿਆਂ ਤੇਰੇ ਮਨ ਵਿੱਚ ਉਸ ਪਰਿਵਾਰ ਪ੍ਰਤੀ ਜਾਂ ਧੀ ਭੈਣ ਦੇ ਕੇ ਮਲੀਨ ਸੋਚ ਆ ਗਈ ਤਾਂ ਤੂੰ ਆਪਣੇ ਬਾਪ ਦਾ ਨਹੀਂ ਸਗੋਂ ਬਹੁਤ ਨੀਵੇਂ ਅਸਲੇ ਦਾ ਹੋਏਗਾ। ਪਰ ਘਰ ਜੋ ਹੀ ਨੀਚ ਸਨਾਦ ਪੂਰੇ ਅਰਥ ਇਹੀ ਬਣਦੇ ਹਨ ਕਿ ਜਦੋਂ ਮਨੁੱਖ ਦੀ ਮਲੀਨ ਸੋਚ ਜਾਂ ਅੱਖ ਮੈਲੀ ਹੋ ਜਾਏ, ਪਾਪ ਪਰਮਾਤਮਾ ਦੇ ਗੁਣਾਂ ਨੂੰ ਮਨੋਂ ਵਿਸਾਰ ਦੇ ਤਾਂ ਉਸ ਦਾ ਅੰਤਕਾਲ ਆਤਮਿਕ ਮੌਤ ਹੈ ਤੇ ਉਹ ਇਸ ਮਾਨਸਿਕ ਅਵਸਥਾ ਵਿੱਚ ਵੇਸਵਾ ਦੇ ਤਲ ਤੇ ਜਿਉ ਰਿਹਾ ਹੈ। ਸ਼ਬਦ ਦੇ ਤੀਸਰੇ ਬੰਦ ਵਿੱਚ ਇੱਕ ਐਸੀ ਸੋਚ ਦਾ ਜ਼ਿਕਰ ਕੀਤਾ ਗਿਆ ਹੈ ਕਿ ਕਈ ਸਮਾਜ ਵਿੱਚ ਕੇਵਲ ਪੁੱਤਰਾਂ ਦੀ ਮੰਗ ਤੇ ਹੀ ਜਿਉਂਦੇ ਹਨ। ਭਗਤ ਤ੍ਰਿਲੋਚਨ ਜੀ ਕਹਿ ਰਹੇ ਹਨ ਕਿ ਅਜਿਹੀ ਸੋਚ ਰੱਖਣ ਵਾਲੇ ਨੂੰ ਸੂਰ ਦਾ ਦਰਜਾ ਦੇਣਾ ਬਣਦਾ ਹੈ। ਤੁਕ ਦਾ ਪਾਠ ਇੰਜ ਹੈ,
अंत काल जो लड़के सिमरै, ऐसी चिंता में जे मरै, ਸ਼ੂਕਰ ਜੋਨ ਵੱਲ ਵੱਲ ਉਤਰੇ। ਮਰਨ ਵੇਲੇ ਜਿਹੜਾ ਆਦਮੀ ਪੁੱਤਰਾਂ ਦੀ ਖਾਸ਼ ਮਨ ਵਿੱਚ ਰੱਖਦਾ ਹੈ, ਬ੍ਰਾਹਮਣ ਦੇਵਤੇ ਦੀ ਥਿਊਰੀ ਕਹਿੰਦੀ ਹੈ ਕਿ ਉਹ ਸੂਰ ਦੀ ਜੂਨ ਵਿੱਚ ਪੈਂਦਾ ਹੈ। ਭਗਤ ਤਰਲੋਚਨ ਜੀ ਨੇ ਪੁਰਾਣਕ ਹਵਾਲਾ ਜ਼ਰੂਰ ਦਿੱਤਾ ਹੈ, ਪਰ ਨੁਕਤਾ ਆਪਣਾ ਪੇਸ਼ ਕੀਤਾ ਗੁਰਮਤਿ ਵਾਲਾ, ਗੁਰੂ ਨਾਨਕ ਪਾਤਸ਼ਾਹ ਜੀ ਵਾਲਾ। ਜੋ ਰੱਬੀ ਗੁਣਾਂ ਨੂੰ ਵਿਸਾਰਦਾ ਹੈ ਉਹ ਆਤਮਿਕ ਮੌਤ ਵੱਲ ਨੂੰ ਵੱਧ ਜਾਂਦਾ ਹੈ। ਇਤਿਹਾਸ ਦੇ ਪੰਨਿਆਂ ਤੇ ਨਜ਼ਰ ਮਾਰਿਆਂ ਇਹ ਗੱਲ ਜ਼ਰੂਰ ਸਪਸ਼ਟ ਹੋ ਜਾਂਦੀ ਹੈ, ਜਿੱਥੇ ਵੀ ਪੁੱਤਰ ਮੋਹ ਨੇ ਜਨਮ ਲਿਆ ਉੱਥੇ ਹੀ ਰਾਜ ਭਾਗ ਨੇਸ ਤੋਂ ਨਬੂਦ ਹੁੰਦੇ ਦੇਖੇ ਜਾ ਸਕਦੇ ਹਨ। ਸ਼ਾਹਜਹਾਨ ਸਭ ਨਾਲੋਂ ਆਪਣਾ ਸਲੀਮ ਪੁੱਤਰ ਸੋਹਣਾ ਲੱਗਦਾ ਹੈ। ਸ਼ਾਹਜਹਾਨ ਨੂੰ ਸਾਰੀ ਦੁਨੀਆ ਨਾਲੋਂ ਆਪਣਾ ਸਲੀਮ ਪੁੱਤਰ ਸੋਹਣਾ ਲੱਗਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਪੁੱਤਰ ਮੋਹ ਵਿੱਚ ਆ ਕੇ ਸਰਬੱਤ ਖਾਲਸੇ ਦੇ ਵਜੂਦ ਨੂੰ ਤਿਲਾਂਜਲੀ ਦਿੱਤੀ ਤਾਂ ਖਾਲਸਾ ਰਾਜ ਵੀ ਨਾਲ ਹੀ ਜਾਂਦਾ ਲੱਗਿਆ। ਅੱਜ ਦੇ ਯੁੱਗ ਵਿੱਚ ਵੀ ਰਾਜਨੀਤਿਕ ਪਾਰਟੀਆਂ ਵਿੱਚ ਪੁੱਤਰ ਮੋਹ ਦੀ ਭਰਪੂਰ ਸ਼ਰਧਾ ਦੇਖੀ ਜਾ ਸਕਦੀ ਹੈ। ਤਸਵੀਰ ਦੇ ਪਹਿਲੇ ਹਿੱਸੇ ਵਿੱਚ ਦੇਖੋ, ਗੁਰੂ ਗੋਬਿੰਦ ਸਿੰਘ ਨੇ ਆਪਣੇ ਸਾਰੇ ਸਾਹਿਬਜ਼ਾਦੇ ਦੇਸ਼, ਕੌਮ ਤੇ ਪੰਥ ਲਈ ਵਾਰ ਦਿੱਤੇ। ਦੁਨੀਆ ਵਿੱਚ ਇਹੋ ਜਿਹੀ ਮਿਸਾਲ ਕਿਤੇ ਵੀ ਨਹੀਂ ਮਿਲਦੀ। ਗੁਰੂ ਨਾਨਕ ਸਾਹਿਬ ਜੀ ਨੇ ਗੁਰਿਆਈ ਦੇਣ ਲੱਗਿਆਂ ਗੁਣਾਂ ਨੂੰ ਸਾਹਮਣੇ ਰੱਖਿਆ ਹੈ, ਨਾ ਕਿ ਆਪਣੇ ਪੁੱਤਰਾਂ ਨੂੰ। ਹੁਣ ਸਮਾਜ ਵਿੱਚ ਦੇਖਦੇ ਹਾਂ, ਸਾਡੇ ਪਰਿਵਾਰਾਂ ਵਿੱਚ ਪੁੱਤਰ ਮੋਹ ਸਭ ਨਾਲੋਂ ਜ਼ਿਆਦਾ ਭਾਰੂ ਹੈ। ਜੇ ਕਿਤੇ ਲਗਾਤਾਰ 2 ਕੁੜੀਆਂ ਹੋ ਜਾਣ ਤਾਂ ਉਸ ਲੜਕੀ ਦਾ ਜਿਉਣਾ ਪਰਿਵਾਰ ਵਾਲੇ ਬਹੁਤ ਦੁੱਭਰ ਕਰ ਦਿੰਦੇ ਹਨ, ਤੰਗ ਕਰ ਦਿੰਦੇ ਹਨ ਕਿ ਤੂੰ ਪੁੱਤਰ ਨੂੰ ਜਨਮ ਕਿਉਂ ਨਹੀਂ ਦਿੱਤਾ। ਭਾਵੇਂ ਸਰਕਾਰ ਨੇ ਹਦਾਇਤ ਕੀਤੀ ਹੈ ਕਿ ਅੱਜ ਦੇ ਯੁੱਗ ਵਿੱਚ ਜਿਹੜਾ ਡਾਕਟਰ ਲਿੰਗ ਟੈਸਟ ਕਰੇਗਾ ਉਸ ਨੂੰ 10 ਸਾਲ ਦੀ ਕੈਦ ਤੇ 10,000 ਰੁਪਏ ਦਾ ਜੁਰਮਾਨਾ ਵੀ ਕੀਤਾ ਜਾਏਗਾ। ਮੈਂ ਤਾਂ ਇੱਥੋਂ ਤੱਕ ਕਹਿੰਦਾ ਹਾਂ ਕਿ ਜਿਹੜਾ ਸਾਧ ਕੇਵਲ ਲੜਕੇ ਦੇਣ ਦੀ ਅਰਦਾਸ ਕਰਦਾ ਹੈ, ਇਹ ਸਜ਼ਾ ਉਸ ਸਾਧ ਨੂੰ ਵੀ ਹੋਣੀ ਚਾਹੀਦੀ ਹੈ। ਭਗਤ ਤਰਲੋਚਨ ਜੀ ਨੇ ਮਨੁੱਖ ਦੀ ਮਾਨਸਿਕ ਬਿਮਾਰੀ ਦੀ ਜੜ ਫੜਦਿਆਂ ਸਮਾਜ ਨੂੰ ਇਸ ਗੱਲੋਂ ਸੁਚੇਤ ਕੀਤਾ ਹੈ ਕਿ ਜਿਹੜਾ ਆਦਮੀ ਕੇਵਲ ਪੁੱਤਰ ਮੋਹ ਵਿੱਚ ਫਸਿਆ ਪਿਆ ਹੈ, ਉਹ ਜਿਉਂਦਿਆਂ ਹੀ ਸੂਰ ਦੀ ਜੂਨ ਵਿੱਚ ਪਿਆ ਹੋਇਆ ਹੈ। ਬ੍ਰਾਹਮਣ ਨੇ ਕਿਹਾ ਹੈ ਕਿ ਜੇ ਪਿਤਰਾਂ ਨੂੰ ਨਰਕਾਂ ਤੋਂ ਬਚਾਉਣਾ ਹੈ ਤਾਂ ਪੁੱਤਰ ਦਾ ਹੋਣਾ ਬੜਾ ਜ਼ਰੂਰੀ ਹੈ। ਇੱਕ ਅਜਿਹਾ ਮਨੁੱਖ ਵੀ ਮਿਲਿਆ ਜੋ ਇਸ ਸਿਧਾਂਤ ਤੇ ਪੂਰਾ ਪਹਿਰਾ ਦੇ ਰਿਹਾ ਸੀ। ਪੁੱਤਰ ਦੀ ਲਾਲਸਾ ਵਸ 9 ਧੀਆਂ ਦਾ ਬਾਪ ਤਾਂ ਬਣ ਗਿਆ, ਪਰ ਪਰਿਵਾਰ ਗਰੀਬੀ ਦੀ ਠੰਡ ਨਾਲ ਕੁੰਗੜਿਆ ਪਿਆ ਸੀ, ਪਰੰਤੂ ਪੁੱਤਰ ਦੀ ਭਾਵਨਾ ਫਿਰ ਵੀ ਪੂਰੀ ਨਾ ਹੋ ਸਕੀ। ਕਬੀਰ ਜੀ ਪੁਰਾਣਕ ਖਿਆਲਾਂ ਦਾ ਹਵਾਲਾ ਦਿੰਦੇ ਹੋਏ ਕਹਿੰਦੇ ਹਨ, ਪਰ ਇਸ ਹਵਾਲੇ ਦੀ ਪੁਸ਼ਟੀ ਨਹੀਂ ਕਰ ਰਹੇ, ਹਵਾਲਾ ਦੇ ਰਹੇ ਹਨ ਕਿ ਮੰਨ ਲਓ ਜੇ ਰਾਵਣ ਵਾਂਗ ਕਿਸੇ ਮਨੁੱਖ ਦੇ 1 ਲੱਖ ਪੁੱਤਰ ਹੋ ਜਾਣ ਤਾਂ ਉਸ ਦਾ 1.25 ਲੱਖ ਪੋਤਰਾ ਹੋ ਜਾਏ, ਤਾਂ ਕਿ ਬੰਦਿਆ ਤੂੰ ਆਸ ਕਰ ਸਕਦਾ ਕਿ ਤੇਰੀ ਪੀੜ੍ਹੀ ਅਗਾਂਹ ਚੱਲੇਗੀ। ਕਬੀਰ ਜੀ ਨੇ ਕੇਵਲ ਪ੍ਰਚਲਿਤ ਮੁਹਾਵਰੇ, ਪ੍ਰਚਲਿਤ ਪੁਰਾਣੇ ਖਿਆਲਾਂ ਦਾ ਹਵਾਲਾ ਦੇ ਹੀ ਰਹੇ ਨੇ ਤੇ ਨਾ ਕੋਈ ਇਹਦੀ ਪ੍ਰੋੜਤਾ ਨਹੀਂ ਕਰ ਰਹੇ। ਪੁਰਾਣਾ ਹਵਾਲਾ ਦੇ ਕੇ ਗੱਲ ਸਮਝਾ ਰਹੇ ਹਨ। 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ। ਰਾਗ ਆਸਾ, ਬਾਣੀ ਕਬੀਰ ਜੀਓ ਕੀ, ਪੰਨਾ 481। ਸਦੀਆਂ ਤੋਂ ਚੱਲੀ ਆ ਰਹੀ ਪੁਰਾਣੀ ਬ੍ਰਾਹਮਣ ਦੀ ਵਿਚਾਰਧਾਰਾ ਨੂੰ ਗੁਰੂ ਸਾਹਿਬ ਨੇ ਗਿਆਨ ਦੇ ਕੁਹਾੜੇ ਨਾਲ ਵੱਢ ਕੇ ਰੱਖ ਦਿੱਤਾ। ਪੁਰਾਣੀਆਂ ਮਿੱਥਾਂ ਅਨੁਸਾਰ ਮਰਨ ਵੇਲੇ ਆਦਮੀ ਦੇ ਖਿਆਲ ਵਿੱਚ ਪੁੱਤਰ ਮੋਹ ਜਾਗ ਪਵੇ ਤਾਂ ਕਹਿੰਦੇ ਹਨ ਕਿ ਉਹ ਸੂਰ ਦੀ ਜੂਨ ਵਿੱਚ ਪੈਂਦਾ ਹੈ। ਮੈਨੂੰ ਯਾਦ ਹੈ ਕਿ ਵਡੇਰੀ ਉਮਰ ਦੀਆਂ ਤਾਈਆਂ ਚਾਚੀਆਂ ਕਈ ਵਾਰ ਮਨ ਘੜਤ ਗੱਲਾਂ ਕਰਦੀਆਂ ਹੁੰਦੀਆਂ ਸਨ ਕਿ ਜਦੋਂ ਆਦਮੀ ਮਰ ਜਾਂਦਾ ਸੀ ਤਾਂ ਉਸ ਦੇ ਸਿਰਹਾਣੇ ਪਿੱਛੇ ਬਰੀਕ ਸਵਾਲ ਵਿਛਾ ਦਿੱਤੀ ਜਾਂਦੀ ਸੀ ਤੇ ਸਵਾਲ ਤੇ ਜੋ ਨਿਸ਼ਾਨ ਪਾਏ ਜਾਂਦੇ ਸਨ ਉਸ ਦੇ ਆਧਾਰ ਤੇ ਇਹ ਸਮਝ ਲਿਆ ਜਾਂਦਾ ਸੀ ਕਿ ਇਹ ਆਦਮੀ ਜਾਂ ਔਰਤ ਉਸੇ ਜੂਨ ਵਿੱਚ ਗਿਆ ਹੈ। ਹੁਣ ਕਿਸੇ ਨਾ ਕਿਸੇ ਜਾਨਵਰ ਨੇ ਤਾਂ ਵਸਦੇ ਘਰ ਵਿੱਚੋਂ ਲੰਘਣਾ ਹੀ ਹੈ, ਪਰ ਬ੍ਰਾਹਮਣ ਦੀ ਤਾਂ ਚਾਂਦੀ ਹੁੰਦੀ ਹੈ। ਜਿੰਨੀ ਮਾੜੀ ਜੂਨ ਉਨੀ ਵੱਧ ਪੂਜਾ। ਜੇਕਰ ਮਨੁੱਖ ਤੋਂ ਥੱਲੇ ਵਾਲੀ ਕਿਸੇ ਜੂਨ ਦੇ ਨਿਸ਼ਾਨ ਹੋਣ ਤਾਂ ਬ੍ਰਾਹਮਣ ਦੀਆਂ ਪੌਂਬਾਰਾਂ ਹੁੰਦੀਆਂ ਸਨ। ਉਹ ਕਹਿੰਦਾ ਸੀ ਇਸ ਨੂੰ ਸਵਰਗ ਵਿੱਚ ਜਗ੍ਹਾ ਲੈ ਕੇ ਦੇਣ ਲਈ ਬਹੁਤ ਜ਼ੋਰ ਲਗਾਉਣਾ ਪੈਣਾ, ਇਸ ਲਈ ਦਾਨ ਪੁੰਨ ਵੀ ਉਦਾਂ ਦਾ ਕਰਨਾ ਪੈਣਾ। ਧਰਮ ਕਰਮ ਕੁਝ ਵਾਧੂ ਕਰਨੇ ਪੈਣਗੇ ਤਾਂ ਹੀ ਇਹਨੂੰ ਸਵਰਗ ਮਿਲ ਸਕਦਾ ਹੈ।
ਵਿਚਾਰੇ ਲੋਕ ਮਰਦਾ ਕੀ ਨਾ ਕਰਦਾ ਬ੍ਰਾਹਮਣ ਦੇ ਮਕੜੀ ਜਾਲ ਵਿੱਚ ਫਸੇ ਹੋਏ ਸਨ ਤੇ ਸਾਰੇ ਧਰਮ ਕਰਮ ਨਿਭਾਏ ਜਾਂਦੇ ਸਨ। ਇਹ ਸਾਰੇ ਧਰਮ ਕਰਮ ਆਮ ਮਨੁੱਖ ਨੂੰ ਉਜਾੜਨ ਵਾਲੇ ਹੀ ਹੁੰਦੇ ਸਨ। ਇਹਨਾਂ ਤੁਕਾਂ ਵਿੱਚ ਭਗਤ ਜੀ ਇਹ ਵਿਚਾਰ ਦੇ ਰਹੇ ਹਨ ਕਿ ਪੰਥਕ ਹਿੱਤਾਂ ਨੂੰ ਪਾਸੇ ਰੱਖ ਕੇ ਜੋ ਕੇਵਲ ਪੁੱਤਰ ਮੋਹ ਪਾਲ ਰਿਹਾ ਹੈ ਉਹ ਹੁਣ ਵੀ ਸੂਰ ਦੇ ਤਲ ਤੇ ਘੁੰਮ ਰਿਹਾ ਹੈ। ਇੱਕ ਸਕੂਲ ਦੀ ਚੋਣ ਕਮੇਟੀ ਨੇ ਇੱਕ ਅਧਿਆਪਕ ਰੱਖਣਾ ਸੀ। ਬਹੁਤ ਸਾਰੇ ਯੋਗ ਉਮੀਦਵਾਰ ਆਪਣੇ ਆਪਣੇ ਤਜਰਬੇ ਲੈ ਕੇ ਹਾਜ਼ਰ ਹੋਏ, ਪਰ ਚੋਣ ਕਮੇਟੀ ਦੇ ਮੈਂਬਰਾਂ ਨੇ ਆਪਣੇ ਬੇਟੇ ਦੀ ਨਿਯੁਕਤੀ ਕਰਵਾ ਲਈ। ਭਾਵੇਂ ਉਸ ਪਾਸ ਲੋੜੀਂਦੇ ਤਜਰਬੇ ਦੀ ਘਾਟ ਸੀ, ਯੋਗ ਉਮੀਦਵਾਰਾਂ ਦੇ ਕਾਗਜ਼ਾਂ ਵਿੱਚ ਕੋਈ ਨਾ ਕੋਈ ਨੁਕਸ ਕੱਢ ਕੇ ਉਹਨਾਂ ਨੂੰ ਘਰੋਂ ਘਰੀ ਤੋੜ ਦਿੱਤਾ ਤੇ ਆਪਣਾ ਪੁੱਤਰ ਫਿੱਟ ਕਰਵਾ ਲਿਆ। ਕੀ ਇਹ ਆਤਮਿਕ ਤਲ ਤੇ ਮਰੇ ਹੋਏ ਇਨਸਾਨ ਦੀ ਕਹਾਣੀ ਨਹੀਂ ਹੈ? ਅਸਲ ਵਿੱਚ ਸੂਰ ਦੀ ਜੂਨ ਤਾਂ ਇਹ ਲੋਕ ਭੋਗ ਰਹੇ ਹਨ। ਆਪਣੇ ਫਰਜ਼ਾਂ ਦੀ ਪਛਾਣ ਨੂੰ ਭੁੱਲ ਕੇ ਜੇ ਪੁੱਤਰ ਮੋਹ ਪਾਲ ਰਹੇ ਹਨ ਤਾਂ ਇਹ ਸਾਰੇ ਹੀ ਜੂਨ ਦੀ ਸ਼ਰਨ ਵਿੱਚ, ਸੂਰ ਦੀ ਸ਼ਰਨ ਵਿੱਚ ਹਨ। ਸ਼ਬਦ ਦੇ ਚੌਥੇ ਬੰਦ ਵਿੱਚ ਭਗਤ ਜੀ ਪ੍ਰੇਤ ਦੀ ਗੱਲ ਕਰ ਰਹੇ ਹਨ, ਜਿਸ ਤੋਂ ਆਮ ਆਦਮੀ ਬਹੁਤ ਡਰਿਆ ਹੋਇਆ ਹੈ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੂਨ ਵਲ ਵਲ ਅਵਤਰੈ। ਸੰਸਾਰਿਕ ਵਿਦਿਆ ਤੇ ਆਤਮਿਕ ਸੂਝ ਦੀ ਘਾਟ ਕਰਕੇ ਆਮ ਮਨੁੱਖ ਭੂਤਾਂ ਪ੍ਰੇਤਾਂ ਤੋਂ ਬਹੁਤ ਡਰਿਆ ਹੋਇਆ ਹੈ ਤੇ ਡਰੇ ਹੋਏ ਮਨੁੱਖ ਹੀ ਡਰਦੇ ਹਨ। ਜਿਹੜੀ ਚੀਜ਼ ਦਿਸਦੀ ਨਹੀਂ ਬੰਦਾ ਉਸ ਤੋਂ ਵੀ ਡਰੀ ਜਾ ਰਿਹਾ ਹੈ। ਪਰ ਜਿਹੜੇ ਭੂਤਾਂ ਪ੍ਰੇਤਾਂ ਨੂੰ ਨਹੀਂ ਮੰਨਦੇ ਉਹਨਾਂ ਵਾਸਤੇ ਭੂਤ ਪ੍ਰੇਤਾਂ ਦਾ ਜ਼ਿੰਦਗੀ ਵਿੱਚ ਕੋਈ ਅਰਥ ਨਹੀਂ ਹੈ। ਜਿਹੜਾ ਮੰਨਦਾ ਭੂਤ ਉਹਦੇ ਵਾਸਤੇ ਹੀ ਹੈ। ਜਿਹੜਾ ਡਰਦਾ ਭੂਤ ਉਹਨੂੰ ਡਰਾਉਂਦੇ, ਜਿਹੜਾ ਨਹੀਂ ਡਰਦਾ ਭੂਤ ਉਹਦੇ ਕੋਲੋਂ ਡਰਦੇ ਹਨ। ਆਮ ਲੋਕਾਂ ਵਿੱਚ ਇਹ ਖਿਆਲ ਕਰ ਚੁੱਕਿਆ ਹੈ ਕਿ ਬਾਹਰਲੀਆਂ ਚੀਜ਼ਾਂ ਹੁੰਦੀਆਂ ਹਨ, ਇਹਨਾਂ ਦਾ ਕਿਹੜਾ ਕੋਈ ਘਰ ਹੁੰਦਾ ਹੈ। ਇਸ ਲਈ ਇਹਨਾਂ ਦਾ ਉਪਾਅ ਕਰਨਾ ਬਹੁਤ ਹੀ ਜ਼ਰੂਰੀ ਹੈ, ਨਹੀਂ ਤਾਂ ਕਿਸੇ ਨਾ ਕਿਸੇ ਦੀ ਇਹ ਜਾਨ ਲੈ ਸਕਦੇ ਹਨ। ਪ੍ਰੇਤਾਂ ਸੰਬੰਧੀ ਇੱਕ ਧਾਰਨਾ ਬਣਾਈ ਹੋਈ ਹੈ ਕਿ ਜਿਨ੍ਹਾਂ ਜੀਵਾਂ ਦੇ ਮਰਨ ਬਾਅਦ ਗਤੀ ਨਹੀਂ ਹੁੰਦੀ ਉਹਨਾਂ ਦੀਆਂ ਰੂਹਾਂ ਤੁਰੀਆਂ ਫਿਰਦੀਆਂ ਰਹਿੰਦੀਆਂ ਹਨ ਤੇ ਕਈ ਵਾਰੀ ਆਪਣੇ ਘਰਾਂ ਦੇ ਆਲੇ ਦੁਆਲੇ ਵੀ ਚੱਕਰ ਕੱਟਦੀਆਂ ਰਹਿੰਦੀਆਂ ਹਨ। ਆਮ ਸਿੱਖ ਦੀ ਮਾਨਸਿਕਤਾ ਵੀ ਭੂਤਾਂ ਪ੍ਰੇਤਾਂ ਦੀ ਗਤੀ ਕਰਾਉਣ ਦੇ ਚੱਕਰ ਵਿੱਚ ਸਿਆਣਿਆਂ ਦੇ ਪਿੱਛੇ ਤੁਰੀ ਫਿਰਦੀ ਦਿਸਦੀ ਹੈ। ਮਹਾਨ ਕੋਸ਼ਿਸ਼ ਪ੍ਰੇਤ ਦੇ ਅਰਥ ਮਰਿਆ ਹੋਇਆ ਸਰੀਰ ਹੈ। ਸਮਾਜ ਵਿੱਚ ਅਜਿਹੇ ਲੋਕਾਂ ਦਾ ਕੋਈ ਅੰਤ ਨਹੀਂ ਜਿਹੜੇ ਜਬਰੀ ਕਬਜ਼ੇ ਲੈਂਦੇ ਹਨ ਜਾਂ ਜਬਰੀ ਕਬਜ਼ਿਆਂ ਦੀਆਂ ਸਕੀਮਾਂ ਬਣਾਉਂਦੇ ਰਹਿੰਦੇ ਹਨ। ਕਈ ਤਾਂ ਘਰ ਬਣਾਉਣ ਦੀ ਹਮੇਸ਼ਾ ਚਿੰਤਾ ਵਿੱਚ ਹੀ ਲੱਗੇ ਰਹਿੰਦੇ ਹਨ। ਦੂਸਰਾ, ਕਈ ਘਰ ਦੇ ਮੋਹ ਤੋਂ ਹੀ ਉੱਪਰ ਨਹੀਂ ਉੱਠ ਸਕੇ। ਜਿੰਨੀ ਘਰ ਬਣਾਉਣ ਲਈ ਹੇਰਾਫੇਰੀ ਕੀਤੀ ਏ, ਆਤਮਾ ਨੂੰ ਮਾਰ ਕੇ ਲੋਕਾਂ ਪਾਸੋਂ ਰਕਮਾਂ ਬਟੋਰੀਆਂ, ਅਜਿਹੀ ਚਿੰਤਾ ਵਿੱਚ ਰਹਿਣ ਵਾਲਾ ਮਰਿਆ ਹੋਇਆ ਮਨੁੱਖ ਭਾਵ ਪ੍ਰੇਤ ਹੀ ਹੋ ਸਕਦਾ ਹੈ। ਘਰ ਦੇ ਮੋਹ ਵਿੱਚ ਫਸਿਆ ਹੋਇਆ ਮਨੁੱਖ ਲੋਕ ਭਲਾਈ ਦੇ ਕੰਮਾਂ ਵੱਲੋਂ ਮੂੰਹ ਮੋੜ ਲੈਂਦਾ ਹੈ। ਅਜਿਹਾ ਆਦਮੀ ਪ੍ਰੇਤ ਦੀ ਜੂਨ ਵਾਲਾ ਹੈ। ਮੰਨ ਲਓ ਬਾਹਰ ਪ੍ਰਦੇਸ਼ ਵਿੱਚ ਰਹਿੰਦੇ ਕਿਸੇ ਵੀਰ ਨੇ ਬੜੀ ਮਿਹਨਤ ਨਾਲ ਆਪਣੇ ਪਿੰਡ ਵਿੱਚ ਕੋਈ ਜ਼ਮੀਨ ਖਰੀਦੀ, ਮਹਿੰਗੇ ਭਾਅ ਵਿੱਚ ਘਰ ਬਣਾਇਆ ਕਿ ਚਲੋ ਜਦੋਂ ਵੀ ਆਇਆ ਕਰਾਂਗੇ ਤਾਂ 2-4 ਦਿਨ ਆਰਾਮ ਨਾਲ ਰਹਿ ਜਾਇਆ ਕਰਾਂਗੇ। ਸਾਂਭ ਸੰਭਾਲ ਲਈ ਸਕੇ ਭਰਾ ਨੂੰ ਚਾਬੀ ਦਿੱਤੀ, ਪਰ ਸਕਾ ਭਰਾ ਹੀ ਕਬਜ਼ਾ ਕਰਕੇ ਬੈਠ ਗਿਆ। ਕੀ ਅਜਿਹਿਆਂ ਬੰਦਿਆਂ ਨੂੰ ਆਤਮਿਕ ਤਲ ਤੇ ਜਿਉਂਦਿਆਂ ਕਿਹਾ ਜਾ ਸਕਦਾ ਹੈ? ਜੋ ਸਕੇ ਭਰਾ ਦੀ ਜਾਇਦਾਦ ਤੇ ਕਬਜ਼ਾ ਕਰਕੇ ਬੈਠ ਗਿਆ, ਕੀ ਇਹ ਪ੍ਰੇਤ ਵਾਲੀ ਜੂਨ ਨਹੀਂ ਹੈ? ਕੀ ਭਰਾ ਉਹਦੇ ਵਾਸਤੇ ਗੁਜ਼ਰਿਆ ਹੋਇਆ ਬੰਦਾ ਨਹੀਂ ਹੈ? ਅਖੀਰਲੀ ਤੁਕ ਵਿੱਚ ਭਗਤ ਤਰਲੋਚਨ ਜੀ ਨੇ ਪਰਮਾਤਮਾ ਦੇ ਚਿੰਤਨ ਦੀ ਗੱਲ ਕੀਤੀ ਹੈ, ਜਿਸ ਨੂੰ ਹਿਰਦੇ 'ਚ ਵਸਾਉਣਾ ਹੈ ਤਾਂ ਕਿ ਜੀਵਨ ਵਿੱਚ ਵਿਕਾਰਾਂ ਵੱਲੋਂ ਮੁਕਤ ਹੋ ਸਕੀਏ। ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਂ ਕਰਦਾ ਬਸੈ। ਸਾਰੀ ਗੁਰਬਾਣੀ ਵਿੱਚ ਪਰਮਾਤਮਾ ਦੇ ਸਿਮਰਨ ਦੀ ਭਾਵ ਰੱਬੀ ਸ਼ੁਭ ਗੁਣਾਂ ਦੀ ਗੱਲ ਕੀਤੀ ਗਈ ਹੈ, ਜਿਸ ਦਾ ਭਾਵ ਅਰਥ ਹੈ ਕਿ ਪਰਮਾਤਮਾ ਦੀ ਬਣਾਈ ਹੋਈ ਨਿਯਮਾਵਲੀ ਵਿੱਚ ਹਰ ਵੇਲੇ ਵਿਚਰਨ ਦਾ ਯਤਨ ਕਰਦੇ ਰਹਿਣਾ ਤੇ ਰੱਬੀ ਗੁਣਾਂ ਨੂੰ ਹਿਰਦੇ 'ਚ ਵਸਾ ਕੇ ਉਸ ਸੰਸਾਰ ਆਪਣਾ ਜੀਵਨ ਬਤੀਤ ਕਰਨਾ। ਗੁਰਬਾਣੀ ਦਾ ਸਿਧਾਂਤ ਸਦੀਵ ਕਾਰ ਸਤ
ਭਾਵ ਯੂਨੀਵਰਸਲ ਟਰੁੱਥ ਹੈ। ਬਿਨਾਂ ਭੇਦ ਭਾਵ ਦੇ ਮੁਲਕਾਂ ਦੀਆਂ ਵਲਗਣਾਂ ਨੂੰ ਤੋੜਦਾ ਹੋਇਆ ਮਨੁੱਖੀ ਭਾਈਚਾਰੇ ਨੂੰ ਇੱਕ ਸਾਂਝ ਵਿੱਚ ਪਰੋਂਦਾ ਹੈ। ਚਲੋ ਮੰਨ ਲਓ ਇੱਕ ਤੰਦਰੁਸਤ ਆਦਮੀ ਪੂਰੀ ਹੋਸ਼ ਹਵਾਸ਼ ਰੱਖਦੇ ਹੋਏ ਨੂੰ ਜਦੋਂ ਇਹ ਪਤਾ ਲੱਗ ਜਾਏ ਕਿ ਮੈਂ ਹੁਣ ਮਰਨ ਲੱਗਾ ਹਾਂ ਤਾਂ ਉਹ ਆਪਣੇ ਖਿਆਲਾਂ ਵਿੱਚ ਰੱਬ ਦਾ ਨਾਂ ਲੈ ਆਉਂਦਾ ਹੈ ਤਾਂ ਉਹ ਮੁਕਤ ਹੋ ਜਾਵੇਗਾ, ਭਾਵ ਜੂਨਾਂ ਵਿੱਚ ਨਹੀਂ ਪਏਗਾ। ਪਰ ਅਜਿਹੇ ਲੋਕ ਵੀ ਹਨ ਜਿਹੜੇ ਕਈ ਸਾਲਾਂ ਤੋਂ ਕੋਮਾ ਵਿੱਚ ਪਏ ਹੋਏ ਹਨ। ਫਿਰ ਉਹਨਾਂ ਲੋਕਾਂ ਦਾ ਕੀ ਹਾਲ ਹੋਏਗਾ? ਉਹ ਫਿਰ ਕਿਹੜੀ ਜੂਨ ਵਿੱਚ ਜਾਣਗੇ? ਕਿਸੇ ਪਾਸ ਕਿਹੜਾ ਮੀਟਰ ਹੈ ਜਿਸ ਦੁਆਰਾ ਇਹ ਪਤਾ ਲੱਗ ਸਕੇ ਕਿ ਇਹ ਹੁਣ ਫਲਾਣੀ ਜੂਨ ਵਿੱਚ ਚਲਾ ਗਿਆ ਹੈ? ਕਿਸੇ ਦੇ ਪਾਸ ਇਹ ਵੀ ਪੱਕਾ ਸਬੂਤ ਨਹੀਂ ਹੈ ਕਿ ਦੁਨੀਆ ਦੀ ਆਬਾਦੀ ਲਗਭਗ 6 ਅਰਬ ਦੇ ਕਰੀਬ ਕਿਹੜੀਆਂ ਜੂਨਾਂ ਵਿੱਚੋਂ ਹੋ ਕੇ ਆਈ ਹੈ। ਦੂਸਰਾ, ਮਨੁੱਖ ਦੇ ਥੱਲੇ ਵਾਲੀਆਂ ਜੂਨਾਂ ਨੇ ਕਿਹੜਾ ਧਰਮ ਕਰਮ ਕਮਾਇਆ ਕੀਤਾ ਜਿਸ ਨਾਲ ਉਹਨਾਂ ਨੂੰ ਇਹ ਜੀਵਨ ਮਿਲ ਗਿਆ? ਕਦੀ ਭੇਡ ਬੱਕਰੀਆਂ ਜਾਂ ਪੰਛੀਆਂ ਨੂੰ ਤਾਂ ਕਿਸੇ ਸਕੂਲੇ ਜਾਂਦਿਆਂ ਵੇਖਿਆ ਹੈ? ਕਦੀ ਭੇਡਾਂ ਬੱਕਰੀਆਂ ਜਾਂ ਪੰਛੀਆਂ ਨੂੰ ਤਾਂ ਕਿਸੇ ਨਾ ਤਾਂ ਕਿਸੇ ਸਕੂਲੇ ਜਾਂਦਿਆਂ ਦੇਖਿਆ ਹੈ ਤੇ ਨਾ ਹੀ ਕਿਸੇ ਧਾਰਮਿਕ ਸਥਾਨ ਦੀ ਹਾਜ਼ਰੀ ਭਰਦਿਆਂ ਦੇਖਿਆ ਹੈ। ਕਈਆਂ ਮੁਲਕਾਂ ਵਿੱਚ ਤਾਂ ਮਨੁੱਖੀ ਜ਼ਿੰਦਗੀ ਬਦਤਰ ਹੈ, ਜਦੋਂ ਕਿ ਜਾਨਵਰਾਂ ਪਸ਼ੂਆਂ ਪੰਛੀਆਂ ਦੀ ਜ਼ਿੰਦਗੀ ਮਨੁੱਖ ਨਾਲੋਂ ਕਈ ਦਰਜੇ ਜ਼ਿਆਦਾ ਚੰਗੀ ਹੁੰਦੀ ਹੈ। ਅਮਰੀਕਾ ਵਿੱਚ ਕੁੱਤੇ ਦਾ ਇਸ਼ਨਾਨ ਕਰਾਉਣ ਵਾਸਤੇ ਹੀ ਲਗਭਗ 40 ਡਾਲਰ ਲੱਗ ਜਾਂਦੇ ਹਨ ਤੇ ਸਾਡੇ ਮੁਲਕ ਦੇ ਮਨੁੱਖਾਂ ਦੇ ਨਹਾਉਣ ਲਈ ਬਾਥਰੂਮ ਵੀ ਕੋਈ ਨਹੀਂ ਹਨ। ਭਗਤ ਤਰਲੋਚਨ ਜੀ ਨੇ ਤੇ ਨਰ ਮੁਕਤਾ ਹੋਣ ਦੀ ਗੱਲ ਕੀਤੀ ਹੈ। ਇਸ ਦਾ ਭਾਵ ਅਰਥ ਇਹ ਹੈ ਕਿ ਮਨੁੱਖ ਆਜ਼ਾਦ ਨਹੀਂ ਹੈ। ਕਈ ਪ੍ਰਕਾਰ ਦੇ ਮਾਨਸਿਕ ਬੰਧਨਾਂ ਵਿੱਚ ਬੱਝਾ ਹੋਇਆ ਹੈ। ਸਾਰੇ ਸ਼ਬਦ ਦਾ ਸਾਰ ਅੰਸ਼ ਵਿਕਾਰਾਂ ਵੱਲੋਂ ਮੁਕਤ ਹੋ ਕੇ ਆਤਮਿਕ ਆਨੰਦ ਵਿੱਚ ਵਿਚਰਨਾ ਹੈ। ਉਂਝ ਤਾਂ ਸਾਰੇ ਸੰਸਾਰ ਨੇ ਵਿਕਾਰਾਂ ਵਾਲੀ ਜ਼ਿੰਦਗੀ ਤੋਂ ਮੁਕਤੀ ਹਾਸਲ ਕਰਨੀ ਹੈ ਤੇ ਸ਼ੁਭ ਗੁਣਾਂ ਦੀ ਆਜ਼ਾਦੀ ਦਾ ਸਦਾ ਨਿੱਘ ਮੰਨਣਾ ਹੈ। ਮੁਕਤੀ ਦਾ ਹੱਲ ਪੀਤੰਬਰ ਵਾਂ ਕੇ ਹਿਰਦੇ ਵਸੇ ਪਰਮਾਤਮਾ ਦੇ ਹਿਰਦੇ ਵਿੱਚ ਵਸਣਾ ਰੱਖਿਆ ਗਿਆ ਹੈ। ਇੱਕ ਸਕੂਲ ਵਿੱਚ ਪੜ੍ਹ ਰਹੇ ਬੱਚੇ ਦੇ ਮਨ ਵਿੱਚ ਪਰਮਾਤਮਾ ਕਿਵੇਂ ਵਸੇ? ਇਸ ਦਾ ਉੱਤਰ ਹੈ, ਬੱਚਾ ਆਪਣੇ ਸਕੂਲ ਦੇ ਕੰਮ ਨੂੰ ਧਿਆਨ ਨਾਲ ਕਰਨ ਦਾ ਯਤਨ ਕਰੇ। ਭਾਵੇਂ ਆਪਣੇ ਫਰਜ਼ ਦੀ ਪਹਿਚਾਣ ਕਰੇਗਾ ਤਾਂ ਹੀ ਬੱਚਾ ਅਗਲੀ ਜਮਾਤ ਦੇ ਦਰਸ਼ਨ ਕਰ ਸਕਦਾ ਹੈ ਤੇ ਪਿਛਲੀ ਜਮਾਤ ਤੋਂ ਉਸ ਨੂੰ ਮੁਕਤੀ ਹਾਸਲ ਹੋ ਸਕਦੀ ਹੈ। ਜੇ ਕਰਤਾ ਪੁਰਖ ਦੀ ਉਸਾਰੀ ਵਾਲਾ ਗੁਣ ਅਸੀਂ ਆਪਣੇ ਹਿਰਦੇ 'ਚ ਵਸਾ ਲਈਏ ਤਾਂ ਵੀ ਅਸੀਂ ਮਨੁੱਖੀ ਵਿਕਾਸ ਵੱਲ ਨੂੰ ਵਧ ਸਕਦੇ ਹਾਂ। ਇਸ ਸ਼ਬਦ ਵਿੱਚ ਮੁਕਤੀ ਕੇਵਲ ਮਰਨ ਤੱਕ ਹੀ ਸੀਮਤ ਨਹੀਂ ਹੈ, ਇਸ ਦਾ ਖੇਤਰ ਵਿਸ਼ਾਲ ਹੈ ਤੇ ਇਹ ਨਿਯਮ ਹਰ ਇਨਸਾਨ ਤੇ ਲਾਗੂ ਹੁੰਦਾ ਹੈ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਇੱਕ ਡਰਾਈਵਰ ਲੁਧਿਆਣੇ ਤੋਂ ਦਿੱਲੀ ਲਈ ਬੱਸ ਲੈ ਕੇ ਜਾ ਰਿਹਾ ਹੈ, ਪਰ ਉਹ ਮੁਕਤ ਤਦ ਹੀ ਹੋਏਗਾ ਜਦੋਂ ਦਿੱਲੀ ਦੇ ਬੱਸ ਅੱਡੇ ਤੇ ਬਿਨਾਂ ਦੁਰਘਟਨਾ ਦੇ ਬੱਸ ਨੂੰ ਲਗਾ ਦੇਵੇਗਾ। ਅੰਤਕਾਲ ਉਸ ਘੜੀ ਦਾ ਨਾਂ ਹੈ ਜਦੋਂ ਸਿਧਾਂਤ ਤੋਂ ਇਨਸਾਨ ਥਿੜਕਦਾ ਹੈ। ਇਨਸਾਨ ਪਰਖ ਦੀ ਘੜੀ ਦੇ ਸਮੇਂ ਸਿਧਾਂਤ ਤੋਂ ਥਿੜਕਣੋਂ ਬਚ ਗਿਆ। ਸੱਚ ਸੁਣਾਈ ਸੀ ਸੱਚ ਕੀ ਬੇੜਾ, ਤਾਂ ਉਹ ਆਤਮਿਕ ਮੌਤ ਨਹੀਂ ਮਰੇਗਾ, ਸਗੋਂ ਔਗਣਾਂ ਵਾਲੇ ਬੰਧਨਾਂ ਤੋਂ ਮੁਕਤ ਹੋ ਜਾਏਗਾ। ਜਦੋਂ ਵੀ ਮਨੁੱਖ ਦਾ ਕਰਪਸ਼ਨ ਭਾਈ ਭਤੀਜਾਵਾਦ ਦੀ ਦਲਦਲ ਕਾਮਕ ਬਿਰਤੀ ਦੀ ਪੂਰਤੀ ਲਈ ਹਿੰਸਕ ਹੋ ਜਾਣਾ, ਪੁੱਤਰਾਂ ਦੀ ਪ੍ਰਾਪਤੀ ਲਈ ਨੂੰਹ ਨੂੰ ਸਤਾਉਣਾ, ਦਾਜ ਦੀ ਖਾਤਰ ਨੂੰਹ ਨੂੰ ਸਾੜ ਦੇਣਾ, ਜ਼ਮੀਨ ਘਰ ਦੀ ਖਾਤਰ ਸਕੇ ਭਰਾਵਾਂ ਦਾ ਕਤਲ ਕਰ ਦੇਣਾ, ਪਰਦੇਸ ਗਏ ਭਰਾ ਦਾ ਘਰ ਦੱਬ ਲੈਣਾ, ਭਾਵ ਕਿ ਮਨੁੱਖਤਾ ਦੇ ਕਿਰਦਾਰ ਤੋਂ ਗਿਰਿਆ ਹੋਇਆ ਹਰ ਉਹ ਕਰਮ ਜੋ ਆਤਮਿਕ ਗਿਰਾਵਟ ਵਿੱਚ ਸਾਨੂੰ ਲਿਜਾਂਦਾ ਹੈ ਉਹ ਕਰਨਾ। ਪਰੰਤੂ ਜੇਕਰ ਉਸ ਸਮੇਂ ਉਸ ਨੂੰ ਨਿਰੰਕਾਰ ਦੀ ਯਾਦ ਆ ਜਾਏ, ਭਾਵ ਉਸ ਦੇ ਸ਼ੁਭ ਗੁਣਾਂ ਨੂੰ ਉਹ ਅਪਣਾ ਲਏ ਤਾਂ ਰੱਬ ਦੀ ਕੁਦਰਤੀ ਨਿਯਮਾਵਲੀ ਤੋਂ ਬਾਹਰ ਨਾ ਹੋ ਜਾਏ ਤਾਂ ਦੁਨੀਆ ਵਿੱਚ ਸੁਹਾਵਣਾ ਬਾਗ ਉਗਾਇਆ ਜਾ ਸਕਦਾ ਹੈ। ਰਹਾਉ ਦੀਆਂ ਤੁਕਾਂ ਵਿੱਚ ਇਸੇ ਜੀਵਨ ਵਿੱਚ ਪ੍ਰਮਾਤਮਾ ਨੂੰ ਕਦੇ ਨਹੀਂ ਵਿਸਾਰਨਾ, ਭਾਵ ਰੱਬੀ ਗੁਣਾਂ ਨਾਲ ਹਰ ਵੇਲੇ ਸਾਂਝ ਬਣਾਏ ਰੱਖਣੀ ਤੇ ਖੁੱਲ੍ਹ ਕੇ ਇਹਨਾਂ ਦੀ ਵਰਤੋਂ ਕਰਨੀ ਹੈ। ਇਹ ਨੰਬਰ ਪਹਿਲਾ। ਨੰਬਰ 2, ਧਰਮ ਵਰਗੇ ਕਿਰਤ ਨੂੰ ਛੱਡ ਕੇ ਜਿਹੜਾ ਵੀ ਗਲਤ ਤਰੀਕਿਆਂ ਨਾਲ ਮਾਇਆ ਨਾਲ ਸਾਂਝ ਪਾਉਂਦਾ ਹੈ, ਕਿਸੇ ਦਾ ਹੱਕ ਖਾਣ ਦੀ ਤਾਕ ਵਿੱਚ ਰਹਿੰਦਾ ਹੈ। ਅਸਲ ਵਿੱਚ ਦੇਖਣ ਨੂੰ ਤਾਂ ਉਹ ਮਨੁੱਖ ਲੱਗਦਾ ਹੈ, ਪਰ ਉਹ ਜ਼ਹਿਰੀ ਖੜੱਪੇ ਸੱਪ ਵਰਗੇ ਸੁਭਾਅ ਵਿੱਚ ਜੀਉ ਰਿਹਾ ਹੈ। ਕੋਈ ਬੰਦਾ ਕਿਸੇ ਐਸਡੀਓ ਕੋਲੋਂ ਕੰਮ ਕਰਾਉਂਦਾ, 10,000 ਰੁਪਏ ਦੀ ਵੱਢੀ ਦੇ ਕੇ ਆਇਆ। ਬਾਹਰ ਉਹਨੂੰ ਬੰਦੇ ਪੁੱਛਦੇ ਤੇਰਾ ਕੰਮ ਹੋ ਗਿਆ? ਕਿਵੇਂ ਹੋਇਆ? ਕਹਿੰਦਾ ਖੜੱਪਾ ਸਾਹਿਬ ਬੈਠਾ 10,000 ਦਾ ਡੰਗ ਮਾਰਿਆ। ਯਾਨੀ ਕਿ ਉਹ ਐਸਡੀਓ ਜਿਉਂਦੇ ਤਲ ਦੇ ਉੱਤੇ
ਉਹ ਖੜੱਪਾ ਸਭ ਬਣਿਆ ਜਿਹੜਾ ਹਰ ਬੰਦੇ ਨੂੰ ਵੱਢੀ ਦੇ ਰੂਪ ਵਿੱਚ ਡੰਗ ਮਾਰ ਰਿਹਾ ਹੈ। ਗ੍ਰਹਿਸਥ ਦੀ ਮਹਾਨਤਾ ਨੂੰ ਤਿਆਗ ਕੇ ਕਾਮ ਵਾਸ਼ਨਾ ਦੀ ਪੂਰਤੀ ਲਈ ਬਾਹਰ ਝੱਖਾਂ ਮਾਰਨ ਵਾਲਾ ਅਸਲ ਵੇਸ ਵਾਲੇ ਤਲ ਤੇ ਜੀਉ ਰਿਹਾ ਹੈ। ਕੇਵਲ ਪੁੱਤਰਾਂ ਦੀ ਲਾਲਸਾ ਵਿੱਚ ਝੁਲਸਿਆ ਪਿਆ ਸੂਰ ਦੇ ਜੀਵਨ ਦੀ ਗਵਾਹੀ ਕਰ ਰਿਹਾ ਹੈ। ਜ਼ਮੀਨਾਂ ਘਰਾਂ ਦੇ ਕਬਜ਼ਿਆਂ ਵਿੱਚ ਘਿਰਿਆ ਹੋਇਆ ਮਨੁੱਖ ਅਸਲ ਵਿੱਚ ਆਤਮਿਕ ਮੌਤ ਤੇ ਆਤਮਿਕ ਤੌਰ ਤੇ ਮਰਿਆ ਪਿਆ ਹੈ, ਜਿਸ ਨੂੰ ਪ੍ਰੇਤ ਦੇਵਤਾ ਵੀ ਕਿਹਾ ਜਾ ਸਕਦਾ ਹੈ। ਸੰਸਾਰ ਵਿੱਚੋਂ ਮਿਸਾਲਾਂ ਮਿਲ ਜਾਂਦੀਆਂ ਹਨ ਕਿ ਜਿਸ ਨੇ ਵੀ ਪੁਰਾਣਾ ਸੁਭਾਅ ਛੱਡ ਕੇ ਗੁਰੂ ਦੀ ਮੱਤ ਲੈ ਕੇ ਨਵੀਂ ਸਵੇਰ ਵਾਂਗ ਰੱਬੀ ਹੁਕਮ ਵਿੱਚ ਜ਼ਿੰਦਗੀ ਜਿਉਣ ਦਾ ਯਤਨ ਕੀਤਾ ਹੈ, ਉਹੀ ਅਸਲ ਵਿੱਚ ਸੰਸਾਰ ਵਿੱਚੋਂ ਮੁਕਤ ਹੈ। ਮਰਨ ਤੋਂ ਬਾਅਦ ਦੀ ਆਸ ਰੱਖਣ ਦੀ ਥਾਂ ਤੇ ਜੇ ਅਸੀਂ ਵਰਤਮਾਨ ਜੀਵਨ ਵਿੱਚ ਇਸ ਸ਼ਬਦ ਦਾ ਉਪਦੇਸ਼ ਲੈ ਕੇ ਜਿਉਣ ਦਾ ਯਤਨ ਕਰਾਂਗੇ ਤਾਂ ਵਸ਼ ਵਿਕਾਰਾਂ ਵੱਲੋਂ ਸਾਨੂੰ ਮੁਕਤੀ ਮਿਲ ਸਕਦੀ ਹੈ। ਜੀਵਨ ਮਗਤ ਸੋ ਆਖੀਐ, ਮਰ ਜੀਵੈ ਮਰੀਆ। ਆਸਾ ਮਹੱਲਾ ਚੌਥਾ, ਪੰਨਾ 449। ਗੁਰਪ੍ਰਸਾਦੀ ਹਉਮੈ ਛੂਟੈ, ਜੀਵਨ ਮੁਕਤ ਸੋ ਹੋਏ। ਰਾਮ ਕਲਗੀ ਵਾਰ ਮਹੱਲਾ ਤੀਜਾ, ਪੰਨਾ 948। ਗੁਰਮਤਿ ਦਾ ਇਹ ਸਿਰਮੌਰ ਨਜ਼ਰੀਆ ਹੈ। ਜਿਨ੍ਹਾਂ ਨੇ ਕਦੇ ਸ਼ਬਦ ਦੀ ਵਿਚਾਰ ਕੁਦਰਤੀ ਜ਼ਿੰਦਗੀ ਦੇ ਕੁਦਰਤੀ ਨਿਯਮਾਂ ਨੂੰ ਸਮਝਿਆ ਹੀ ਨਹੀਂ, ਉਹ ਮਨੁੱਖੀ ਤਲ ਤੇ ਹੁੰਦੇ ਹੋਏ ਪਸ਼ੂਆਂ ਵਰਗੀ ਬਿਰਤੀ ਦੇ ਮਾਲਕ ਹਨ। ਪਰ ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਸਮਝ ਲਿਆ, ਉਹ ਸੋਹਣੇ ਜੀਵਨ ਵਾਲੇ ਬਣ ਗਏ। ਜਿਨ੍ਹਾਂ ਸਤਿਗੁਰ ਪੁਰਖ ਨਾਲ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਉਹ ਮਾਨਸ ਜੂਨ ਨਾ ਆਖੀਆਂ, ਪਸ਼ੂ ਢੋਰ ਗਵਾਰ। ਉਹਨਾਂ ਅੰਤਰ ਗਿਆਨ ਨਾ ਧਿਆਨ ਹੈ, ਹਰਸਿਓ ਪ੍ਰੀਤ ਨਾ ਪਿਆਰ। ਮਨ ਮੁਖ ਮੁਏ ਵਿਕਾਰ ਮੈਂ, ਮਰ ਜੰਮੇ ਵਾਰੋ ਵਾਰ। ਜੀਵਦਿਆਂ ਨੂੰ ਮਿਲੇ ਸੋ ਜੀਵਦੇ, ਹਰ ਜਗ ਜੀਵਨ ਉਰਧਾਰ। ਨਾਨਕ ਗੁਰਮੁਖ ਸੋਹਣੇ ਤੇ ਸੱਚੇ ਦਰਬਾਰ।